अस्सलाम वालेकुम जी। ਇਹ ਮੇਰੀ ਵੀਡੀਓ ਉਹਨਾਂ ਵਾਸਤੇ ਵੇ ਜਿਹੜੇ ਲੋਕ ਸਪੇਨ ਚ ਆ ਕੇ ਸ਼ਾਦੀ ਕਰਕੇ ਜਾਂ ਸਿਵਲ ਪਾਰਟਨਰਸ਼ਿਪ ਕਰਕੇ ਪੇਪਰ ਲੈਣਾ ਚਾਹੁੰਦੇ ਨੇ। ਇਸ ਦੇ ਬਾਰੇ ਇੱਕ ਭਾਈ ਨੇ ਤਿੰਨ ਗੱਲਾਂ ਪੁੱਛੀਆਂ ਸੀ ਕਿ ਕਿਆ ਸਪੇਨ ਚ ਆ ਕੇ ਸ਼ਾਦੀ ਕਰਕੇ ਜਾਂ ਸਿਵਲ ਪਾਰਟਨਰਸ਼ਿਪ ਕਰਕੇ ਪੇਪਰ ਲੈ ਕੇ ਉਹ ਕਿਸੇ ਦੂਸਰੇ ਯੂਰਪ ਦੇ ਮੁਲਕ ਸੈਟਲ ਹੋ ਸਕਦੇ ਨੇ ਹੈ। ਦੂਸਰੀ ਹੈ ਕਿ ਅਗਰ ਸੈਟਲ ਹੋ ਜਾਣ ਤੇ ਕਿਆ ਉਹ ਆਪਣੀ ਬੇਗਮ ਨੂੰ ਛੱਡ ਸਕਦੇ ਨੇ ਹੈ। ਔਰ ਤੀਸਰੀ ਗੱਲ ਹੈ ਵੇ ਕਿ ਉਹ ਜਿਹੜੇ ਉਹਨਾਂ ਦੇ ਬੱਚੇ ਬੇਗਮ ਪਾਕਿਸਤਾਨ ਹੈ ਉਹਨਾਂ ਨੂੰ ਉਹ ਬੁਲਾ ਸਕਦੇ ਨੇ ਹੈ। ਇਸ ਗੱਲ ਨੂੰ ਥੋੜਾ ਜਿਹਾ ਤਫਸੀਲ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ 'ਚ ਹੁੰਦਾ ਕੀ ਹੈ। ਨਾਰਮਲੀ ਜਿਹੜੇ ਲੋਕ ਪਾਕਿਸਤਾਨ 'ਚ ਵਿਆਹੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਹੁੰਦੇ ਨੇ ਜਦੋਂ ਸਪੇਨ 'ਚ ਆਉਂਦੇ ਨੇ ਤਾਂ ਉਹ ਸ਼ਾਰਟਕਟ ਦੇ ਤੌਰ 'ਤੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਅਗਰ ਇਸ ਤਰੀਕੇ ਪੇਪਰ ਲੈ ਲਈਏ। ਲੇਕਿਨ ਜਦੋਂ ਪੇਪਰ ਲੱਭ ਜਾਂਦੇ ਨੇ ਫਿਰ ਉਹਨਾਂ ਵਾਸਤੇ ਸਭ ਤੋਂ ਵੱਡਾ ਮਸਲਾ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਬੁਲਾਈਏ ਹੈ। ਕਿਉਂਕਿ ਜਦੋਂ ਤੁਸੀਂ ਸ਼ਾਦੀ ਕਰਨੀ ਹੈ ਜਾਂ ਸਿਵਲ ਪਾਰਟਨਰਸ਼ਿਪ ਕਰਕੇ ਪੇਪਰ ਲੈਣੇ ਨੇ ਤਾਂ ਸਭ ਤੋਂ ਵੱਡੀ ਚੀਜ਼ ਜਿਹੜੀ ਉਹ ਪਾਕਿਸਤਾਨ ਤੋਂ ਮੰਗਦੇ ਨੇ ਉਹ ਹੈ ਕਿ ਤੁਹਾਡੀ ਅਗਰ ਤੁਸੀਂ ਸ਼ਾਦੀशुदा ਨਹੀਂ ਹੈ ਤੇ ਅਨਮੈਰਿਡ ਸਰਟੀਫਿਕੇਟ ਮੰਗਵਾਓ, ਅਗਰ ਤੁਸੀਂ ਤਲਾਕ ਹੋਈ ਹੈ ਤੇ ਡਿਵੋਰਸ ਸਰਟੀਫਿਕੇਟ ਮੰਗਾਓ। ਠੀਕ ਹੋ ਗਿਆ ਜੀ। ਤੇ ਅਸੀਂ ਜਦੋਂ ਉਹ ਮੰਗਾ ਲੈਂਦੇ ਹਾਂ ਲੇਕਿਨ ਉਹ ਫੇਕ ਲੋਕ ਬਣਵਾ ਕੇ ਮੰਗਾ ਲੈਂਦੇ ਨੇ ਫਿਰ ਉਹ ਕਿਉਂਕਿ ਉਹਨਾਂ ਦੀ ਸ਼ਾਦੀ ਤਾਂ ਰਜਿਸਟਰਡ ਹੁੰਦੀ ਨਹੀਂ ਹੈ ਤੇ ਬਾਅਦ ਜਦੋਂ ਪੇਪਰ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਟੈਨਸ਼ਨ ਬਣਦੀ ਹੈ ਕਿ ਅਸੀਂ ਹੁਣ ਪਿੱਛੋਂ ਫੈਮਿਲੀ ਨੂੰ ਕਿਸ ਤਰ੍ਹਾਂ ਮੰਗਾਈਏ ਹੈ। ਦੂਜੀ ਗੱਲ ਹੈ ਕਿ ਸਪੇਨ ਔਰ ਤਕਰੀਬਨ ਸਭ ਯੂਰਪੀਅਨ ਕੰਟਰੀ ਦਾ ਕਾਨੂੰਨ ਹੈ ਇਹ ਕਿ ਤੁਸੀਂ ਇੱਕ ਟਾਈਮ ਤੇ ਇੱਕ ਹੀ ਬੀਵੀ ਰੱਖ ਸਕਦੇ ਹੋ ਹੈ ਔਰ ਲੀਗਲ ਤੁਹਾਡੀ ਇੱਕ ਹੀ ਹੁੰਦੀ, ਦੂਜੀ ਇਲੀਗਲ ਗਿਣੀ ਜਾਂਦੀ, ਉਹਨੂੰ ਇਹ ਮੰਨਦੇ ਨਹੀਂ ਹਨ। ਫਿਰ ਸਭ ਤੋਂ ਵੱਡਾ ਸਿਆਪਾ ਜਿਹੜਾ ਪੈਂਦਾ ਉਹ ਇਹ ਹੁੰਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਮੰਗਾਈਏ ਹੈ। ਪਹਿਲੀ ਗੱਲ ਵਾਲਾ ਆਵੀਏ ਜਿਹੜੇ ਲੋਕ ਸਪੇਨ 'ਚ ਵਿਆਹ ਕਰਕੇ ਜਾਂ ਸਿਵਲ ਪਾਰਟਨਰਸ਼ਿਪ ਕਰਕੇ ਪੇਪਰ ਲੈਂਦੇ ਨੇ, ਦੋ ਵੱਖਰੀਆਂ ਚੀਜ਼ਾਂ ਨੇ। ਜਦੋਂ ਮੈਂ ਵੀਡੀਓ ਬਣਾਈ ਹੈ ਉਹ ਜਦੋਂ ਕਿ ਯੂਰਪ ਦੇ ਕਿਸੇ ਵੀ ਮੁਲਕ ਜਾਂਦੇ ਨੇ ਜਾ ਕੇ ਉਹ ਆਪਣੀ ਮਿਸਿਸ ਜਿਹੜੀ ਸਪੇਨ ਵਾਲੀ ਹੁੰਦੀ ਹੈ ਉਸ ਨੂੰ ਨਾਲ ਲੈ ਜਾਂਦੇ ਨੇ ਔਰ ਉੱਥੇ ਜਾ ਕੇ ਉਹ ਪੇਪਰ ਚੇਂਜ ਕਰਵਾ ਸਕਦੇ ਨੇ। ਇਹ ਕਿਸ ਤਰ੍ਹਾਂ ਚੇਂਜ ਕਰਵਾ ਸਕਦੇ ਨੇ, ਹਰ ਮੁਲਕ ਦਾ ਵੱਖਰਾ ਕਾਨੂੰਨ ਹੈ। ਨਾਰਮਲੀ ਹੈ ਕਿ ਮਿਸਿਸ ਜਾਏਗੀ, ਇਹ ਉਸ ਦੇ ਨਾਲ ਜਾਣਗੇ, ਜਾ ਕੇ ਮਿਸਿਸ ਉੱਥੇ ਕੰਮ ਕਰੇਗੀ, ਉਸ ਦੀ ਕੰਮ ਕਰੇਗੀ। ਠੀਕ ਹੈ, ਉਹ ਮਹੀਨਾ ਕੋ ਕੰਮ ਕਰੇਗੀ, ਜਿਉਂ ਹੀ ਉੱਥੇ ਦਾ ਨਿਯਮ ਮਿਲੇਗਾ ਤੇ ਉਸ ਦਾ ਹਸਬੈਂਡ ਆਟੋਮੈਟਿਕਲੀ ਉਹਦੇ ਨਾਲ ਪੇਪਰ ਚੇਂਜ ਹੋ ਜਾਣਗੇ। ਦੂਜੀ ਗੱਲ ਹੈ ਵੇ ਕਿ ਚੇਂਜ ਕਰਵਾਉਣੇ ਤੇ ਸੌਖੇ ਨੇ, ਕਿਆ ਛੱਡਣਾ ਸੌਖਾ ਹੈ। ਅਗਰ ਛੱਡ ਦੇ ਦਾਂਗੇ ਤੇ ਪੇਪਰਾਂ ਦਾ ਕੀ ਫਰਕ ਪਵੇਗਾ। ਇਹਦੇ ਵਿੱਚ ਵੀ ਹਰ ਮੁਲਕ ਦਾ ਵੱਖਰਾ ਕਾਨੂੰਨ ਹੈ। ਸਪੇਨ ਦਾ ਕੀ ਕਾਨੂੰਨ ਉਹਦੇ ਬਾਰੇ ਮੈਂ ਦੱਸ ਦਿੰਦਾ, ਬਾਕੀ ਦੂਜੇ ਮੁਲਕਾਂ ਦਾ ਕੀ ਕਾਨੂੰਨ ਹੈ ਉਸ ਦੇ ਬਾਰੇ ਮੈਨੂੰ ਨਹੀਂ ਸਮਝ ਆਇਆ ਕਿ ਉੱਥੇ ਜਾ ਕੇ ਜਦੋਂ ਤੁਸੀਂ ਪੇਪਰ ਚੇਂਜ ਕਰਾਉਂਦੇ ਤਾਂ ਕਿੰਨਾ ਚਿਰ ਤੁਹਾਨੂੰ ਇਕੱਠਾ ਰਹਿਣਾ ਪਵੇਗਾ। ਸਪੇਨ ਦੇ ਵਿੱਚ ਤੇ ਇਹ ਵੇ ਕਿ ਅਗਰ ਤੁਸੀਂ 6 ਮਹੀਨੇ ਸਾਲ ਬਾਅਦ ਤੁਸੀਂ ਸੋਚਦੇ ਹੋ ਕਿ ਸਾਨੂੰ ਵੱਖਰਿਆਂ ਹੋ ਜਾਣਾ ਚਾਹੀਦਾ ਔਰ ਤੁਸੀਂ ਆਪਣਾ ਕੰਮ ਦਾ ਕੰਟਰੈਕਟ ਲੈ ਕੇ ਜਾ ਕੇ ਪੇਪਰ ਚੇਂਜ ਕਰਵਾ ਲੈਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਡਿਵੋਰਸ ਕਰ ਲੈਂਦੇ ਹੋ, ਤੁਹਾਡੇ ਕੋਲ ਨਾਰਮਲ ਪੇਪਰ ਹੋ ਜਾਣਗੇ। ਫਿਰ ਤੁਸੀਂ ਉਸ ਤੋਂ ਬਾਅਦ ਆਪਣੀ ਫੈਮਿਲੀ ਪਾਕਿਸਤਾਨ ਤੋਂ ਮੰਗਾ ਸਕਦੇ ਹੋ, ਯਾਨੀ ਕਿ ਤੁਹਾਡੇ ਪੇਪਰਾਂ ਦਾ ਕੋਈ ਫਰਕ ਨਹੀਂ ਪਵੇਗਾ। ਹੁਣ ਤੀਸਰੀ ਗੱਲ ਆਉਂਦੀ ਹੈ ਕਿ ਫੈਮਿਲੀ ਦਾ ਮੰਗਾਉਣ ਦਾ ਕੀ ਚੱਕਰ ਹੁੰਦਾ। ਫੈਮਿਲੀ ਮੰਗਾਉਣ ਦਾ ਚੱਕਰ ਇਹ ਹੁੰਦਾ ਕਿ ਜਦੋਂ ਤੁਸੀਂ ਆਪਣਾ ਅਨਮੈਰਿਡ ਸਰਟੀਫਿਕੇਟ ਜਾਂ ਡਿਵੋਰਸ ਸਰਟੀਫਿਕੇਟ ਦੇ ਦਿੰਦੇ ਹੋ ਤੇ ਫਿਰ ਮੈਜੋਰਟੀ ਬੰਦੇ ਤੇ ਅਨਮੈਰਿਡ ਦਿੰਦੇ ਨੇ। ਫਿਰ ਉਹ ਜਿਹੜੀ ਬੀਵੀ ਪਾਕਿਸਤਾਨ ਰਜਿਸਟਰਡ ਹੁੰਦੀ ਹੈ ਉਸ ਨੂੰ ਕਿਸ ਤਰ੍ਹਾਂ ਉਹ ਉਹਨਾਂ ਦੀ ਬੀਵੀ ਬਣੇਗੀ। ਫਿਰ ਉਹ ਸਾਰਾ ਸਿਆਪਾ ਤੁਹਾਡਾ ਖੁੱਲ੍ਹ ਜਾਏਗਾ ਕਿ ਤੁਸੀਂ ਇੱਕ ਦਾਅ ਲਾ ਕੇ ਪੇਪਰ ਲੈਣੇ। ਅਗਰ ਬੀਵੀ ਸੀ ਤੁਸੀਂ ਦਾਅ ਲਾ ਕੇ ਪੇਪਰ ਲੈਣੇ, ਫਿਰ ਤੁਹਾਡਾ ਸਾਰਾ ਕੇਸ ਖੁੱਲ੍ਹ ਕੇ ਹੋ ਸਕਦਾ ਪੇਪਰ ਵੀ ਤੁਹਾਡੇ ਕੋਲ ਵਾਪਸ ਲੈ ਲੈਣਾ ਹੈ। ਠੀਕ ਹੋ ਗਿਆ ਜੀ। ਇਸ ਗੱਲੇ ਬੱਚਿਆਂ ਦਾ ਤੇ ਚਲੋ ਹੋ ਸਕਦਾ ਕਿ ਬੱਚੇ ਤੁਹਾਡੇ ਨੇ ਤੁਸੀਂ ਉਹਨਾਂ ਨੂੰ ਮੰਗਾ ਸਕਦੇ ਹੋ, ਲੇਕਿਨ ਬੱਚਿਆਂ ਵੱਲ ਜਦੋਂ ਜਾਓਗੇ ਤੇ ਫਿਰ ਉਹ ਸਿਆਪਾ ਖੁੱਲ੍ਹ ਜਾਏਗਾ। ਇਸ ਗੱਲੇ ਕੋਸ਼ਿਸ਼ ਕਰੋ ਕਿ ਲੀਗਲੀ ਚੱਲੋ ਹੈ, ਦੋ ਨੰਬਰੀਆਂ ਵੱਲ ਨਾ ਜਾਓ ਹੈ, ਕਿਉਂਕਿ ਇਹ ਜਾਓਗੇ ਤੇ ਫਿਰ ਜ਼ਿਆਦਾ ਸਿਆਪੇ ਖੁੱਲਣਗੇ। ਹਾਂ, ਨੈਸ਼ਨੈਲਿਟੀ ਮਿਲ ਜਾਏ, ਤੁਸੀਂ ਕਿਸੇ ਦੂਸਰੇ ਯੂਰਪ ਮੁਲਕ ਚਲੇ ਜਾਓ ਤਾਂ ਵੱਖਰਾ ਕਿਸੇ ਦਾ ਦਾਅ ਲੱਗ ਜਾਏ ਤਾਂ ਵੱਖਰੀ ਗੱਲ ਹੈ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼।